ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਦੀਪ ਸਿੰਘ ਸੈਨਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ ਤੇ ਮਨਦੀਪ ਢਿੱਲੋਂ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 18 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਬੁਲਾਈਏ ਸ਼ਰਮਾ ਜੀ ਤੇ ਗੱਲ ਕਰੀਏ ਆਪਾਂ ਸਰਕਾਰ ਦੀ। ਕੱਲ ਆਪਾਂ ਦੋ ਖਬਰਾਂ ਤੇ ਚਾਨਣਾ ਪਾਇਆ ਸੀ। ਇੱਕ ਤਾਂ ਪਹਿਲੀ ਖਬਰ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਧਰਮ ਪਤਨੀ ਆ ਉਹਨਾਂ ਨੇ ਬਲਾਤਕਾਰ ਦੇ ਮਾਮਲੇ ਨੂੰ ਨਿਪਟਾਉਣ ਦੇ ਲਈ ਰਿਸ਼ਵਤ ਮੰਗੀ ਸੀ। ਦੂਜੀ ਖਬਰ ਵੀ ਜਿਹੜੀ ਉਹ ਇਹ ਕੱਲ ਕਹਿੰਦੀ ਸੀ ਕਿਵੇਂ ਸੀਐਮ ਜਿਹੜਾ ਦਫ਼ਤਰ ਆ ਉਹਦੇ ਵਿੱਚ ਕਿਵੇਂ ਡੀਲਾਂ ਕੀਤੀਆਂ ਜਾਂਦੀਆਂ ਨੇ। ਅੱਜ ਉਹਨਾਂ ਖਬਰਾਂ ਦੇ ਦੋਨਾਂ ਦੇ ਨਾਲ ਇੱਕ ਜਿਹੜਾ ਅੱਖਰ ਆ ਉਹ ਨਾਲ ਡੀਏ ਵਾਲਾ ਵੀ ਜੋੜ ਲੈਂਦੇ ਆ। ਡੀਏ, ਈਡੀ ਤੇ ਪਟੀਸ਼ਨਾਂ। ਕਹਿੰਦੇ ਇਸ ਤੋਂ ਬਾਅਦ ਸਰਕਾਰ ਤੇ ਟੱਬਰ ਸਿਰ ਫੜ ਕੇ ਬਹਿ ਗਿਆ ਜੀ। ਜਿਵੇਂ ਕਿ ਇਸ ਸਮੇਂ ਪੰਜਾਬ ਸਰਕਾਰ ਦੇ ਮੁਖੀ ਚੌਂ ਪਾਸਿਓਂ ਘਿਰੇ ਨੇ। ਪਟੀਸ਼ਨਾਂ ਦੇ ਰੂਪ ਦੇ ਵਿੱਚ ਪਰਿਵਾਰ ਦੇ ਉੱਤੇ ਘੇਰਾ ਕੱਸਿਆ ਨਜ਼ਰ ਆ ਰਿਹਾ ਜੀ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਿਸੇ ਦੀ ਸ਼ਿਕਾਇਤ ਕਰ ਦੇਣਾ, ਕਿਸੇ ਦੀ ਕੰਪਲੇਂਟ ਕਰ ਦੇਣਾ, ਕਿਸੇ ਦਾ ਕਿਸੇ ਅਰਜੀ 'ਚ ਨਾਂ ਲਿਖ ਦੇਣਾ, ਇਹਦੇ ਨਾਲ ਬੰਦਾ ਦੋਸ਼ੀ ਨਹੀਂ ਬਣ ਜਾਂਦਾ। ਜੀ ਜੀ, ਸਹੀ ਹੈ। ਪਰ ਜੇ ਉਹਦੇ ਤੇ ਕੋਈ ਉਂਗਲ ਖੜੀ ਕਰ ਰਿਹਾ ਤੇ ਤੁਸੀਂ ਉਹਦਾ ਕਾਊਂਟਰ ਨਾ ਕਰੋ, ਉਹਦਾ ਜਵਾਬ ਵੀ ਨਾ ਦਿਓ, ਉਹਦਾ ਸਾਹਮਣਾ ਵੀ ਨਾ ਕਰੋ ਤਾਂ ਫਿਰ ਸ਼ੰਕੇ ਸ਼ੋਭੇ ਵੱਧ ਜਾਂਦੇ ਨੇ। ਇੱਕ ਆਰਮੀ ਦਾ ਮਾਮਲਾ, ਉਹ ਕਹਿੰਦੇ ਵੀ ਹੋਟਲ ਬਣਾ ਰਹੇ ਨੇ ਜਿਹੜੇ ਉਹ ਬਾਇਆ ਭੈਣ ਕੰਮ ਚਲਾ ਰਹੇ ਨੇ ਆਪਣਾ ਜੀ। ਤੇ ਇਹ ਆਰਮੀ ਦੀ ਸ਼ਿਕਾਇਤ ਦੇ ਆਧਾਰ ਤੇ ਉੱਭਰੀ ਹੈ ਗੱਲ, ਕਿਸੇ ਹੋਰ ਨੇ ਸ਼ਿਕਾਇਤ ਨਹੀਂ ਕੀਤੀ। ਹਾਂਜੀ, ਕਿਸੇ ਰੈਂਡਮ। ਦੂਸਰੇ ਪਾਸੇ ਪੀੜਤ ਧਿਰ ਦੱਸਣ ਵਾਲੀ ਕਹਿੰਦੀ ਅਸੀਂ ਸੀਬੀਆਈ ਕੋਲ ਜਾਣਾ, ਸਾਨੂੰ ਇੱਥੇ ਇਨਸਾਫ ਮਿਲਣ ਦੀ ਉਮੀਦ ਨਹੀਂ, ਇਸ ਲਈ ਅਸੀਂ ਅਦਾਲਤ ਆਏ ਹਾਂ ਕਿਉਂਕਿ ਜਿਹਦੇ ਤੇ ਬਲਾਤਕਾਰ ਦੇ ਦੋਸ਼ ਲੱਗੇ ਨੇ ਉਹਨੂੰ ਬਚਾਉਣ ਦੇ ਦੋਸ਼ ਅੱਗੇ ਬੀਬਾ ਡਾਕਟਰ ਗੁਰਪ੍ਰੀਤ ਕੌਰ ਤੇ ਲੱਗ ਰਹੇ ਨੇ ਕਿ ਜੀ ਉਹਨੇ 5 ਕਰੋੜ ਮੰਗਿਆ। ਹੁਣ ਇਹ ਮਾਮਲਿਆਂ 'ਚ ਤਾਂ ਸਰਕਾਰ ਘਿਰੀ ਹੈ। ਈਡੀ ਵਾਲਾ ਮਾਮਲਾ ਵੱਡਾ ਹੁੰਦਾ ਜਾ ਰਿਹਾ। ਕੱਲ IAS ਅਫਸਰ ਕਵਲਪ੍ਰੀਤ ਕੌਰ ਤਲਬ ਹੋ ਗਈ, ਉਹਨੂੰ ਪੁੱਛ ਕੇ ਨਹੀਂ ਬੁਲਾ ਰਿਹਾ। ਵੈਸੇ ਤਾਂ ਹੁਣ ਇਹਨਾਂ ਦੀ ਆਮ ਵਰਤਾਰਾ ਹੋ ਗਿਆ। ਕੱਲ ਮੈਂ ਦੇਖ ਰਿਹਾ ਸੀ ਦਿੱਲੀ ਜਲ ਬੋਰਡ ਦੇ ਮਾਮਲਿਆਂ 'ਚ ਸਤਿੰਦਰ ਜੈਨ ਚੱਕ ਲਿਆ ਦੁਬਾਰਾ ਤੇ ਫਿਰ ਕੇਜਰੀਵਾਲ ਜੀ ਪਿੱਟ ਰਹੇ ਨੇ ਹਮਾਰੇ ਖਿਲਾਫ ਬਦਲੇ ਕੀ ਕਾਰਵਾਈ ਹੈ। ਸੋ ਇਹ ਇਹਨਾਂ ਲਈ ਹੁਣ ਆਮ ਹੋ ਗਿਆ। ਇਹਨਾਂ ਦਾ ਜਿਹੜਾ ਕੱਟੜ ਇਮਾਨਦਾਰੀ ਵਾਲਾ ਫੱਟਾ ਉਹ ਤਾਂ ਫਟ ਗਿਆ, ਹੁਣ ਉਹ ਤਾਂ ਟੁੱਟ ਗਿਆ। ਤੇ ਇਹਦੇ ਵਿੱਚੋਂ ਹੁਣ ਈਡੀ ਵਾਲੇ ਮਾਮਲੇ ਦੇ ਵਿੱਚੋਂ ਜੋ ਕੁਝ ਉਜਾਗਰ ਹੋਇਆ ਉਹਦੇ ਉੱਤੇ ਅਜੇ ਤੱਕ ਮੂੰਹ ਨਹੀਂ ਖੋਲ ਰਹੀ ਸਰਕਾਰ ਕਿ ਤੁਸੀਂ ਸਾਹਮਣੇ ਆ ਕੇ ਕਰੋ, ਸਾਹਮਣਾ ਕੇ ਕਹੋ ਡੀਜੀਪੀ ਸਾਹਿਬ ਕਰੋ FIR, ਅਦਾਲਤ ਕਰੂਗੀ ਨਵੇੜਾ। ਸਹੀ ਸਵਾਲ ਤਾਂ ਇਹ ਕਿ ਡੀਜੀਪੀ ਟਲਦਾ ਫਿਰਦਾ ਹੈ, ਉਹ ਸੈਂਟਰ ਨਾਲ ਵੀ ਰੱਖਣਾ ਚਾਹੁੰਦਾ ਹੈ ਤੇ ਇੱਧਰ ਵੀ ਅਜੇ ਉਹਦਾ ਮਤਲਬ ਕਿ ਬਣਿਆ ਰਹੇ ਤਾਲਮੇਲ, ਕਿਉਂਕਿ ਕੱਚੀ ਪੱਕੀ ਨੌਕਰੀ ਹੈ। ਸਹੀ ਹੈ। ਪਰ ਇਹ ਸਭ ਦੇ ਵਿੱਚ ਸਰਕਾਰ ਦੇ ਲਈ ਵੱਡੀ ਚੁਣੌਤੀ ਹੈ ਡੀਏ ਵਾਲਾ ਮਾਮਲਾ। ਡੀਏ ਵਾਲੇ ਮਾਮਲੇ ਦੇ ਵਿੱਚ ਅਦਾਲਤ ਨੇ ਨਿਰਦੇਸ਼ ਦਿੱਤੇ ਕਿ 15 ਦਿਨਾਂ ਦੇ ਅੰਦਰ ਮੁਲਾਜ਼ਮਾਂ ਨੂੰ ਬਣਦਾ ਡੀਏ ਦਿਓ, ਨਹੀਂ ਤਾਂ 6% ਵਾਧੂ ਵਿਆਜ ਨਾ ਦੇਣਾ ਪੈਣਾ। ਠੀਕ ਹੈ ਜੀ। ਜਦੋਂ ਤਰੀਕ ਮੁੱਕਣ ਤੇ ਆਈ ਤੇ ਸਰਕਾਰ ਵੱਲੋਂ ਕੋਈ ਰੁੱਕਾ ਸੁਨੇਹਾ ਆਉਂਦਾ ਨਾ ਦੇਖਿਆ ਤਾਂ ਮੁਲਾਜ਼ਮਾਂ ਨੇ 2 ਦਿਨ ਦੀ ਕਰਮ ਤੋੜ ਹੜਤਾਲ ਕਰਤੀ ਸੀ। ਕੱਲ ਉਹ ਦੂਜਾ ਦਿਨ ਸੀ। ਪਰ ਜਿੱਦਣ ਆਖਰੀ ਦਿਨ ਉਸ ਦਿਨ ਸਰਕਾਰ ਨੂੰ ਚੇਤੇ ਆਇਆ ਕਿ ਅੱਛਾ ਅੱਜ ਦਿਨ ਮੁੱਕ ਜਾਣਾ, ਅਦਾਲਤ ਦੀ ਆਪਣੇ ਲਈ ਨਵੀਂ ਕਲਾਸ ਨਾ ਲੱਗ ਜਾਵੇ, ਤੇ ਇਸ ਲਈ ਉਹ ਦਿਨ ਹੁਕਮ ਜਿਹਾ ਜਾਰੀ ਕਰਤਾ ਵੀ ਕਿ ਕਿਸੇ ਵੀ ਸਰਕਾਰੀ ਵਿਭਾਗ ਨੇ ਜੇ ਕੋਈ ਅਦਾਲਤੀ ਫੈਸਲਾ ਮੰਨਣਾ ਹੈ ਤਾਂ ਉਹ ਮੰਨਣ ਤੋਂ ਪਹਿਲਾਂ ਤੁਹਾਨੂੰ ਕੈਬਨਿਟ ਤੋਂ, ਮੁੱਖ ਮੰਤਰੀ ਤੋਂ, ਵਿੱਤ ਵਿਭਾਗ ਤੋਂ ਮਨਜ਼ੂਰੀ ਲੈਣੀ ਪਊਗੀ। ਠੀਕ ਹੈ। ਮਤਲਬ ਇਹਦਾ ਅਰਥ ਸਿੱਧਾ ਸੀਗਾ ਵੀ ਕਿ ਕਿਸੇ ਨੂੰ ਪੈਸੇ ਪੂਸੇ ਨਾ ਪਾ ਦਿਓ ਐਵੇਂ, ਕੋਈ ਕਹੀ ਜਾਵੇ ਅਦਾਲਤ ਕੁਛ ਕਹੀ ਜਾਵੇ ਆਪਾਂ ਨਹੀਂ ਮੰਨਣਾ, ਆਪਾਂ ਨਹੀਂ ਪਾਉਣੇ। ਦੂਸਰੇ ਪਾਸੇ ਇਹਨਾਂ ਕੋਲ ਬਦਲ ਸੀਗਾ ਅਦਾਲਤੀ ਫੈਸਲੇ ਦੇ ਖਿਲਾਫ ਜਾ ਕੇ ਸੁਪਰੀਮ ਕੋਰਟ 'ਚ ਜਾਣ ਦਾ ਜੀ। ਪਰ ਜਦੋਂ 2 ਦਿਨ ਲੰਘੇ ਤੇ ਮੁਲਾਜ਼ਮ ਜਥੇਬੰਦੀਆਂ ਨੇ ਬੂਹਾ ਖੜਕਾਤਾ ਮੁੜ ਕੇ ਹਾਈ ਕੋਰਟ ਦਾ। ਠੀਕ ਹੈ।
ਕਿਉਂਕਿ ਮੁਲਾਜ਼ਮਾਂ ਨੂੰ ਲੱਗਿਆ ਸੀਗਾ ਕਿ ਅਸੀਂ ਜਿੱਡਾ ਵੱਡਾ ਪ੍ਰਦਰਸ਼ਨ ਕਰਤਾ ਤੇ ਅਸੀਂ ਸਰਕਾਰ ਨੂੰ ਦਿਖਾਤਾ ਕਿ ਭਾਈ 35 ਤੋਂ 40-45 ਲੱਖ ਵੋਟ ਤਾਂ ਤੁਹਾਡੀ ਗਈ, ਤੁਹਾਨੂੰ ਪੈਣੀ ਨਹੀਂ ਸਾਡੇ ਰਾਹੀਂ। 7-8 ਲੱਖ ਅਸੀਂ ਆ, 5-5 ਬੰਦੇ ਜੇ ਸਾਡੇ ਨਾਲ ਨੇ ਤਾਂ 40-45 ਲੱਖ ਵੋਟ ਸਾਡੇ ਕੋਲ ਹੈਗੀ ਆ। ਸਹੀ ਹੈ। ਤੇ ਹਿਸਾਬ ਲਾ ਲਓ, ਬੇਸ਼ੱਕ ਵੱਡਾ ਪ੍ਰਦਰਸ਼ਨ ਸੀ, ਬੇਸ਼ੱਕ ਸਰਕਾਰ ਦੇ ਲਈ ਫਿਕਰ ਸੀ, ਪਰ ਕੌੜਾ ਸੱਚ ਇਹ ਵੀ ਆ ਕਿ ਮੁਲਾਜ਼ਮ ਸਾਡੇ ਉਸਦੇ ਨੇ ਸੜਕਾਂ ਤੇ ਆਉਂਦੇ ਨੇ ਜਦੋਂ ਇਹਨਾਂ ਦੇ ਆਪਣੀਆਂ ਤਨਖਾਹ ਭੱਤਿਆਂ ਦੇ ਮਾਮਲੇ ਹੁੰਦੇ ਨੇ। ਪੰਜਾਬ ਦੇ ਮਸਲਿਆਂ ਲਈ, ਆਪਣੀ ਦਫ਼ਤਰੀ ਸੁਧਾਰ ਲਈ, ਸਿਸਟਮ ਸੁਧਾਰ ਲਈ ਇਹ ਵੀ ਕਦੇ ਸਾਹਮਣੇ ਨਹੀਂ ਆਉਂਦੇ, ਕਦੇ ਨਹੀਂ ਖੜਦੇ। ਸਹੀ। ਔਰ ਕੌੜਾ ਸੱਚ ਇਹ ਵੀ ਆ ਕਿ ਇਹ ਵਰਗ ਵੋਟਾਂ ਨੂੰ ਤਾਂ ਪ੍ਰਭਾਵਿਤ ਕਰਦਾ ਹੈ, ਸਰਕਾਰਾਂ ਬਣਾਉਣ ਤੇ ਵਿਗਾੜਨ ਚ ਤਾਂ ਰੋਲ ਨਿਭਾਉਂਦਾ ਹੈ, ਪਰ ਆਮ ਜਨਤਾ ਸਿੱਧੇ ਰੂਪ ਚ ਇਹਨਾਂ ਦੇ ਨਾਲ ਨਹੀਂ ਹੁੰਦੀ ਕਦੇ ਵੀ, ਮੁਲਾਜ਼ਮ ਵਰਗ ਦੇ ਨਾਲ। ਉਹਨਾਂ ਨੂੰ ਵੀ ਇਹ ਲੱਗਦਾ ਕਿ ਸਾਨੂੰ ਕਿਹੜਾ ਇਹ ਸਹੀ ਤਰੀਕੇ ਨਾਲ ਮਿਲਦੇ ਨੇ, ਸਾਡੇ ਕੰਮ ਸਹੀ ਤਰੀਕੇ ਨਾਲ ਕਰਦੇ ਨੇ, ਸਾਤੋਂ ਵੀ ਤਾਂ ਜੇਬ ਗਰਮ ਕਰਾ ਕੇ ਕੰਮ ਕਰਦੇ ਨੇ, ਸਰਕਾਰੀ ਕੁਰਸੀਆਂ ਤੇ ਬੈਠ ਕੇ ਸਾਡੇ ਨਾਲ ਤਾਂ ਚੱਜ ਨਾਲ ਵਿਵਹਾਰ ਵੀ ਨਹੀਂ ਕਰਦੇ। ਉਹਨਾਂ ਦੇ ਵੀ ਰੋਸੇ ਇਹਨਾਂ ਪ੍ਰਤੀ ਹੈਗੇ ਨੇ। ਸਹੀ ਹੈ। ਪਰ ਉਹਦੇ ਬਾਵਜੂਦ ਇਹ ਗਿਣਤੀ ਐਡੀ ਵੱਡੀ ਹੈ, ਇਸ ਲਈ ਸਰਕਾਰਾਂ ਨੂੰ ਵੋਟ ਦੀ ਰਾਜਨੀਤੀ ਸਮਝ ਆਉਂਦੀ ਹੈ ਤੇ ਉਹਨੂੰ ਲੱਗਿਆ ਕਿ ਇਕੱਠ ਕਰਕੇ ਅਸੀਂ ਦਬਾਅ ਬਣਾਗੇ। ਹੁਣ ਸਰਕਾਰ ਨੇ ਪਹਿਲਾ ਨੁਕਤਾ ਇਹ ਚਲਾਇਆ ਸੀਗਾ ਵੀ ਕਿ ਦੇਖੋ ਜੀ, ਸਾਡੀਆਂ ਤਾਂ ਤਨਖਾਹਾਂ ਨੇ ਜਿਹੜੀਆਂ ਉਹ ਪਹਿਲਾਂ ਹੀ ਵੱਧ ਨੇ ਤੇ ਇਸ ਲਈ ਫਿਰ ਅਸੀਂ ਉਹ ਤਾਂ ਘੱਟ ਦੇ ਹੀ ਸਕਦੇ ਆ ਨਾ ਡੀਏ, ਜਾਂ ਤਾਂ ਫਿਰ ਤਨਖਾਹ ਵੀ ਕੇਂਦਰ ਵਾਲੀਆਂ ਲੈ ਲੈਣ, ਫਿਰ ਅਸੀਂ ਡੀਏ ਕੇਂਦਰ ਵਾਲਾ ਦੇ ਦਾਂਗੇ। ਹੁਣ ਇਹ ਨੁਕਤਾ ਜਦੋਂ ਨਹੀਂ ਚੱਲਿਆ, ਕਿਉਂਕਿ ਇਧਰੋਂ ਸਵਾਲ ਵੱਡਾ ਲਿਆਂਦਾ ਗਿਆ ਕਿ ਭਾਈ IAS IPS ਨੂੰ ਕਿਵੇਂ ਤੁਰੰਤ ਦੇ ਦਿੰਦੇ ਹੋ ਤੁਸੀਂ ਸਾਰੀਆਂ ਕਿਸ਼ਤਾਂ, ਜਾਂ ਤਾਂ ਫਿਰ ਉਹਨਾਂ ਲਈ ਵੀ ਇਹ ਫਾਰਮੂਲਾ ਲਿਆਓ ਜੀ। ਹੁਣ ਜਦੋਂ ਇਹ ਸਾਰੀ ਗੱਲ ਚੱਲਦੀ ਨਹੀਂ ਦੇਖੀ ਤੇ ਇੱਧਰ ਮੁਲਾਜ਼ਮਾਂ ਨੇ ਮੁੜ ਕੇ ਹਾਈ ਕੋਰਟ ਦਾ ਬੂਹਾ ਖੜਕਾਤਾ ਕਿ ਦੇਖੋ ਜੀ, ਅਦਾਲਤੀ ਹੁਕਮਾਂ ਦੀ ਤਾਮੀਲ ਨਹੀਂ ਹੋਈ, ਤੋਹੀਨ ਹੋਈ ਆ ਉਲਟਾ, ਕਿ ਇਹਨਾਂ ਨੇ ਮੰਨੇ ਨਹੀਂ, ਇਸ ਲਈ ਮਾਣਹਾਨੀ ਅਦਾਲਤੀ ਹੁਕਮਾਂ ਦੀ ਅਸੀਂ ਉਹ ਕਰ ਪਾ ਦਿੰਦੇ ਹਾਂ ਜੀ। ਕਿਆ ਦੇਖੋ ਜੀ, ਇਹਨਾਂ ਦਾ ਮਾਣਹਾਨੀ ਦਾ ਮਾਮਲਾ ਬਣਦਾ ਜੀ ਤਾਂ ਅਦਾਲਤੀ ਹੁਕਮਾਂ ਦਾ ਜੀ। ਹੁਣ ਸਰਕਾਰ ਇਸ ਨੁਕਤੇ ਤੇ ਵੀ ਜਾਣ ਬਾਰੇ ਮੰਥਨ ਕਰ ਰਹੀ ਹੈ ਕਿ ਆਪਾਂ ਜਾ ਕੇ ਅਦਾਲਤ 'ਚ ਖੜ ਜਾਈਏ ਜੀ, ਕਿ ਮਾਣਯੋਗ ਅਦਾਲਤ ਜੀ, ਤੁਸੀਂ ਉਹ ਕਿਹਾ ਸੀਗਾ ਕਿ ਜੇ ਸਮੇਂ ਸਿਰ ਨਾ ਦੇ ਹੋਏ ਤਾਂ 6% ਵਿਆਜ ਸਮੇਤ ਦੇ ਦਿਓ ਜੀ, ਅਸੀਂ ਜੀ ਵਿਆਜ ਦੇ ਦਾਂਗੇ। ਹੁਣ ਦੇ ਦਾਂਗੇ ਮਤਲਬ ਬੰਦਾ ਕਹੇ ਵੀ ਮੈਂ ਤੈਵੇਂ ਤੋਂ ਉਧਾਰ ਲਿਆ, ਅਸੀਂ ਮੋੜਦਾ ਨਹੀਂ। ਅਗਲਾ ਕਹਿੰਦਾ ਵੀ ਮੈਂ ਸਾਰੇ ਬਾਜ਼ਾਰ 'ਚ ਖੜ ਕੇ ਕਹਿਣਾ ਤੇ ਤੋਂ ਲਿਆ, ਮੈਂ ਕਿਹੜਾ ਮੁੱਕਰਦਾ ਜੀ, ਕਿ ਮੈਂ ਮੁੱਕਰਦਾ ਨਹੀਂਗਾ ਕਿ ਤੇ ਤੋਂ ਲਿਆ, ਪਰ ਮੈਂ ਦੇ ਨਹੀਂ ਸਕਦਾ, ਦੇ ਦੂੰਗਾ। ਸੋ ਇਹ ਤਾਂ ਉਹੀ ਗੱਲ ਹੈ ਕਿ ਹਾਂ ਜੀ, ਅਸੀਂ ਵਿਆਜ ਦੇ ਦਾਂਗੇ ਜੀ, ਕੋਈ ਗੱਲ ਨਹੀਂ, ਫਿਰ ਅਸੀਂ ਕਿਹੜਾ ਮੁੱਕਰਦੇ ਹਾਂ ਜੀ। ਕੀ ਉਹ 3 ਮਹੀਨੇ 4 ਮਹੀਨੇ ਲਗਾਉਣ ਦੀ ਕਵਾਇਦ ਨੇ ਕਿ ਫਿਰ ਬਾਅਦ ਚੋਂ ਚੋਣ ਜਾਬਤਾ ਲੱਗ ਜੂਗਾ, ਅਗਲੀ ਵਾਰ ਜਿਹਦੀ ਆਊਗੀ ਉਹ ਦੇਖੂਗਾ। ਸਹੀ ਹੈ। ਜਿਹੜੀ ਗੱਲ ਆਪਾਂ ਕਰਦੇ ਸੀ, ਸਰਕਾਰ ਨੇ ਤਾਂ ਮੰਥਨ ਗਿਣਤੀ ਸ਼ੁਰੂ ਕਰਤੀ ਕਿ 1000-1500 ਵਾਲੀ ਜਿਹੜੀ ਯੋਜਨਾ ਹੈ ਕਿ ਉਹਦੇ ਨਾਲ ਸਾਡਾ ਇਹ 40-45 ਲੱਖ ਵਾਲਾ ਘਾਟਾ ਪੂਰਾ ਹੁੰਦਾ। ਜੇ ਮੁਲਾਜ਼ਮ ਵਰਗ ਸਾਡੇ ਨਾਲ ਨਹੀਂ ਆਉਂਦਾ ਤਾਂ ਇਹਨਾਂ ਦੇ ਪਰਿਵਾਰਾਂ ਦੀਆਂ ਔਰਤਾਂ ਜਾਂ ਉਹ ਬੀਬੀਆਂ ਸਾਨੂੰ ਵੋਟਾਂ ਪਾ ਦੇਣਗੀਆਂ, ਉਹਦੇ ਨਾਲ ਸਾਡਾ ਘਰ ਕਿਵੇਂ ਚੱਲੂਗਾ। ਤੇ ਪਤਾ ਲੱਗ ਰਿਹਾ ਰੱਖੜੀ ਦੇ ਉੱਤੇ ਪੜਾ ਅੱਗੇ ਵਧਾਉਣ ਦੀ ਕਵਾਇਦ ਵੀ ਸੋਚੀ ਜਾ ਰਹੀ ਹੈ ਕਿ ਕਿਤੇ ਉਧਰ ਨੂੰ ਵੀ ਗੱਲ ਤੋੜ ਲਈਏ ਤਾਂ ਕਿ ਲੱਗੇ ਕਿ ਲੈ ਵੀ ਕਿਸ ਹੋਰ ਪਾ ਦਾਂਗੇ 3 ਮਹੀਨੇ ਵਾਲੀ। ਸੋ ਇਸ ਤਰੀਕੇ ਨਾਲ ਜਦੋਂ ਕਿ ਸਤੰਬਰ ਤੱਕ ਇਹ ਕਹਿੰਦੇ ਅਸੀਂ ਪਾਏ ਹੋਏ ਆ, ਸੋ ਹੁਣ ਦੇਖਦੇ ਆ ਕਿ ਉਹਦੇ ਉੱਤੇ ਕੀ ਐਲਾਨ ਹੁੰਦਾ। ਇਸ ਲਈ ਇਸ ਤਰੀਕੇ ਕਰਨ ਨਾਲ ਸਰਕਾਰ ਇਸ ਮਸਲੇ ਚੋਂ ਨਿਕਲਣਾ ਚਾਹੁੰਦੀ ਹੈ। ਪਰ DA ਤੇ ED ਦੀ ਪੰਜਾਬ ਦੇ DGP ਨੂੰ ਲਿਖੀ ਚਿੱਠੀ ਕਿ FIR ਕਰੋ ਤੇ ਕਾਰਵਾਈ ਪਾਓ ਕਿ ਇਹਦੇ ਦਫ਼ਤਰੋਂ ਕਿਵੇਂ ਦਲਾਲੀਆਂ ਹੁੰਦੀਆਂ ਨੇ, ਕਿਵੇਂ ਸੌਦੇ ਹੁੰਦੇ ਨੇ, ਕਿਵੇਂ ਕਮਿਸ਼ਨ ਖਾਧਾ ਜਾਂਦਾ ਹੈ, ਕੀ ਸੈੱਟ ਹੁੰਦਾ CMO ਤੋਂ, ਉਹ ਮਾਮਲਾ ਤੇ ਆ 2 ਪਟੀਸ਼ਨਾਂ ਦਾ ਮਾਮਲਾ। ਇਸ ਨੇ ਸਰਕਾਰ ਦੀ ਨੀਂਦ ਵੀ ਉਡਾਈ ਹੈ ਤੇ ਸਰਕਾਰ ਗੋਡਿਆਂ 'ਚ ਸਿਰ ਦੇ ਕੇ ਵੀ ਬੈਠੀ ਹੈ। ਬੇਸ਼ੱਕ ਉਹ ਰਾਜਨੀਤਿਕ ਸਟੇਜਾਂ ਤੇ ਟੋਟ ਕੇ ਚੁਟਕਲੇ ਸੁਣਾ ਕੇ ਵਕਤ ਲੰਘਾਉਣਾ ਚਾਹੁੰਦੀ ਹੋਵੇ, ਪਰ ਅੰਦਰ ਤਰੇਲੀਆਂ ਆ ਰਹੀਆਂ ਕਿ ਕਰੀਏ ਤਾਂ ਕਰੀਏ ਕੀ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਆਮ ਆਦਮੀ ਪਾਰਟੀ ਦੇ ਕੱਟੜ ਇਮਾਨਦਾਰੀ ਵਾਲੇ ਝੰਡੇ ਦਾ ਹੁਣ ਲੀਰੋ ਲੀਰ ਹੋਣ ਵਾਲਾ ਕੰਮ ਸ਼ੁਰੂ ਹੋ ਗਿਆ ਜੀ। ਖਲਬਲੀ ਤਾਂ ਹੈ, ਅਨਰੈਸਟ ਤਾਂ ਹੈ ਸਰਕਾਰ ਦੇ ਖੇਮਿਆਂ ਦੇ ਵਿੱਚ, ਪਰ ਜਿਹੜਾ ਤਕੜਾ ਹੁੰਦਾ, ਡਾਢਾ ਹੁੰਦਾ ਸ਼ਰਮਾ ਜੀ, ਉਹ ਲੁਕੋ ਲੈਂਦਾ, ਉਹਦੇ ਪਰਦੇ ਵੀ ਰਹਿ ਜਾਂਦੇ ਨੇ, ਉਹਦੇ ਦਬਕੇ ਵੀ ਚਲੇ ਜਾਂਦੇ ਨੇ। ਜੇ ਕੋਈ ਛਾਪਦਾ ਹੈ ਜਾਂ ਕੋਈ ਗੱਲ ਕਰਦਾ, ਉਹ ਦਬਕੇ ਨਾਲ ਚੁੱਪ ਵੀ ਕਰਾ ਲੈਂਦਾ। ਪਰ ਆਪਾਂ ਦੇਖਿਆ ਕਿ ਆਮ ਲੋਕਾਂ ਦੇ ਕੇਸਾਂ ਦਾ, ਗਰੀਬਾਂ ਦੇ ਮਾਮਲਿਆਂ ਦੇ ਕਈ ਵਾਰੀ ਝੱਜੂ ਪੈ ਜਾਂਦੇ ਨੇ। ਅਗਲੀ ਗੱਲ ਕਰੀਏ ਗਮਾਡਾ ਦੀ, ਇਹਨਾਂ ਨੇ 15,000 ਕਰੋੜ ਰੁਪਏ ਦਾ ਲੋਨ ਲੈਣਾ ਸ਼ਰਮਾ ਜੀ, ਉਹਦੇ ਲਈ 200 ਕਰੋੜ ਰੁਪਇਆ ਇਹਨਾਂ ਨੇ ਦਲਾਲ ਨੂੰ ਹੀ ਦਿੱਤਾ ਜੀ। ਪ੍ਰਵੀਨ ਜੀ, 15,000 ਕਰੋੜ ਗਮਾਡਾ ਨੇ ਲੈਣਾ, 10,000 ਕਰੋੜ ਪਾਵਰਕੌਮ ਨੇ ਲੈਣਾ ਜੀ। ਔਰ ਇਹ ਸਰਕਾਰ ਦੇ ਲੋਨ ਚ ਗਣਿਆ ਨਹੀਂ ਜਾਣਾ। ਸਰਕਾਰ ਵਾਲਾ ਜਿਹੜਾ ਹੈਗਾ ਜੀ, ਉਹ ਵਿੱਤੀ ਵਰ੍ਹਾ ਮੁੱਕਣ ਤੇ 4.5 ਲੱਖ 4.47 ਲੱਖ ਕਰੋੜ ਇਹ ਖੁਦ ਦਮ ਭਰ ਚੁੱਕੇ ਨੇ ਆਪਣੇ ਬਜਟ ਦੇ ਵਿੱਚ ਕਿ ਇੰਨਾ ਹੋ ਜਾਣਾ ਸਾਡਾ ਕਰਜ਼ਾ ਜੀ। ਤੁਸੀਂ ਦੇਖੋ, ਇੱਕ ਪਾਸੇ ਸਰਕਾਰ ਕਰਜ਼ਾ ਲੈਂਦੀ ਹੈ, ਕਦੇ ਆਪਾਂ 1000 ਕਰੋੜ ਦੀ ਗੱਲ ਕਰਦੇ ਹਾਂ, ਕਦੇ ਆਪਾਂ 1200-1500 ਕਰੋੜ ਦੀ, ਐਵਰੇਜ 3-4 ਕਰੋੜ ਹਰ ਮਹੀਨੇ ਚੱਕੀ ਜਾਂਦੇ ਨੇ ਜੀ। ਉਹ ਪੈਰਲਲ ਹੈ। ਉਹ ਤੋਂ ਬਿਨਾਂ ਬੋਰਡ ਕਾਰਪੋਰੇਸ਼ਨਾਂ ਜਿਹੜਾ ਲੋਨ ਚੱਕਦੀਆਂ ਨੇ, ਉਹਦਾ ਬੋਝ ਵੀ ਪੰਜਾਬ ਤੇ ਪੰਜਾਬੀਆਂ ਦੇ ਸਿਰ ਤੇ ਹੀ ਪੈਣਾ।
ਪਰ ਉਹਨੂੰ ਇਹ ਆਪਣੇ ਵਾਲੇ 'ਚ ਗਿਣ ਕੇ ਨਹੀਂ ਰੱਖਦੇ, ਉਹਨੂੰ ਬਾਹਰ ਰੱਖ ਲੈਂਦੇ ਨੇ। ਇੱਕ ਪਹਿਲੂ ਤਾਂ ਇਹ ਕਿ ਪੰਜਾਬ ਦੀ ਸਰਕਾਰ ਦੀ, ਪੰਜਾਬ ਦੇ ਵਿਭਾਗਾਂ ਦੀ, ਪੰਜਾਬ ਦੇ ਬੋਰਡ ਕਾਰਪੋਰੇਸ਼ਨਾਂ ਦੀ ਸਥਿਤੀ ਕੀ ਆ ਕਿ ਪਾਵਰਕੌਮ ਵਰਗੇ ਵਿਭਾਗ ਤੋਂ ਲੈ ਕੇ ਗਵਾਡਾ ਤੱਕ ਵਰਗਿਆਂ ਨੂੰ ਲੋਨ ਚੱਕਣਾ ਪੈ ਰਿਹਾ। ਦੂਸਰਾ ਪਹਿਲੂ ਸਮਝਣ ਦੀ ਲੋੜ ਹੈ ਕਿ ਇਸ ਸਮੇਂ ਗਵਾਡਾ ਹੈ ਕੌਣ? ਰੀਅਲ ਐਸਟੇਟ ਕਾਰੋਬਾਰੀ ਜੀ, ਪ੍ਰਾਪਰਟੀ ਡੀਲਰ, ਲੈਂਡ ਮਾਫੀਆ, ਸਰਕਾਰੀ ਲੈਂਡ ਮਾਫੀਆ, ਜਿਹੜਾ ਏਕੜਾਂ ਦੇ ਹਿਸਾਬ ਨਾਲ ਜ਼ਮੀਨ ਖਰੀਦਦਾ ਤੇ ਗਜਾਂ ਮੀਟਰਾਂ ਦੇ ਹਿਸਾਬ ਨਾਲ ਵੇਚਦਾ। ਉਹ ਅਦਾਰਾ ਜਿਹੜਾ ਮਤਲਬ ਕਿ ਏਕੜ ਦੀ ਖੇਤੀ ਵਾਲੀ ਜ਼ਮੀਨ ਦੇ ਰੇਟ ਦੇ ਭਾਅ ਨਾਲ ਸਸਤੀਆਂ ਜ਼ਮੀਨਾਂ ਖਰੀਦਦਾ ਤੇ ਉਹਨੂੰ ਫਿਰ ਅਰਬਾਂ ਖਰਬਾਂ ਦੀ ਬਣਾ ਕੇ ਵੇਚਦਾ। ਸਹੀ ਹੈ। ਮਤਲਬ ਪਲਾਟ ਬਣਾ ਦੋ ਜੀ, ਫਲੈਟ ਬਣਾ ਦੋ ਜੀ, ਇੱਥੇ ਜੀ ਸ਼ੋਰੂਮ ਬਣਾ ਦੋ ਜੀ, ਬੂਥ ਬਣਾ ਦੋ ਜੀ, ਫਿਰ ਏਦਾਂ ਉਹ ਡੱਬੀਆਂ ਮਰਾ ਕੇ ਇੰਨੇ ਖਾਨੇ ਬਣਾ ਕੇ ਪਲਾਟ ਵੇਚ ਕੇ ਅਰਬਾਂ ਖਰਬਾਂ ਕਮਾਉਣ ਵਾਲਾ। ਮਤਲਬ ਸਭ ਤੋਂ ਵੱਧ ਕਮਾਊ ਪੁੱਤ ਸਰਕਾਰ ਦਾ ਗਮਾਡਾ। ਤੇ ਇਹ ਜੇ ਗਵਾਡਾ ਨੂੰ ਲੋਨ ਲੈਣਾ ਪੈ ਰਿਹਾ, ਫਿਰ ਇਹਦਾ ਮਤਲਬ ਅਰਥ ਕੀ ਨੇ? ਕੀ ਉਹਨਾਂ ਦੀ ਕਮਾਈ ਕਿਤੇ ਹੋਰ ਲੱਗ ਰਹੀ ਹੈ? ਕੀ ਪੈਸਾ ਜਿਹੜਾ ਗਵਾਡਾ ਕਮਾ ਰਿਹਾ ਉਹਦੀ ਸਰਕਾਰ ਦੁਰਵਰਤੋਂ ਕਰ ਰਹੀ ਹੈ? ਕਿਉਂਕਿ ਜਦੋਂ 1000-1500 ਰੁਪਈਆ ਬੀਬੀਆਂ ਨੂੰ ਦੇਣ ਦਾ ਮਾਮਲਾ ਆਇਆ ਤਾਂ ਉਦੋਂ ਸਾਹਮਣੇ ਆਇਆ ਸੀ ਕਿ ਜੀ ਆ ਲੇਬਰ ਕੋਡ ਵਾਲੇ ਵੀ ਵਰਤ ਲਏ ਜੀ, ਆ ਗਵਾਡਾ ਤੋਂ ਵੀ ਕੁਝ ਲੈ ਲਏ ਜੀ, ਕੁਝ ਇਹਨਾਂ ਤੋਂ ਲੈ ਲਏ। ਸੋ ਜੇ ਏਦਾਂ ਦੁਰਵਰਤੋਂ ਹੋਈ ਤਾਂ ਹਾਲਤ ਇਹ ਬਣ ਗਈ ਕਿ ਗਵਾਡਾ ਨੂੰ ਲੋਨ ਲੈਣਾ ਪੈ ਰਿਹਾ। ਚਲੋ ਹੁਣ 10,000 ਕਰੋੜ ਦਾ ਪ੍ਰਬੰਧ ਪਾਵਰਕੌਮ ਕਰਦੀ ਫਿਰਦੀ ਹੈ ਕਿ ਉਹਦੇ ਘਾਟੇ ਵਾਲੀ ਸਥਿਤੀ ਹੈ। ਅੰਕੜੇ ਇਸ ਤਰ੍ਹਾਂ ਪੇਸ਼ ਕਰਦੇ ਨੇ, ਵਾਈਟ ਪੇਪਰ ਦੇ ਤਰ੍ਹਾਂ ਐ ਪੇਸ਼ ਕਰਦੇ ਨੇ ਕਿ ਇਸ ਕਮਾਈ ਚ ਜੀ। ਮੁੱਖ ਮੰਤਰੀ ਵੀ ਖੜੇ ਹੋ ਕੇ ਸਟੇਜਾਂ ਤੋਂ ਕਹਿ ਦਿੰਦੇ ਨੇ, ਪਰ ਹਾਲਤ ਇਹ ਹੋਗੀ ਕਿ ਤਨਖਾਹ ਭੱਤੇ ਦੇਣੇ ਵੀ ਮੁਸ਼ਕਲ ਹੋ ਗਏ ਉਹਨਾਂ ਨੂੰ। ਅੱਗੇ ਬਿਜਲੀ ਖਰੀਦਣ ਵਾਲੀ ਸਥਿਤੀ ਵੀ ਔਖੀ ਹੋ ਗਈ, ਇਸ ਲਈ ਉਹ ਬੌਂਡ ਜਾਰੀ ਕਰ ਲਈਏ ਜੀ, ਆਹ ਕਰ ਲਈਏ ਜੀ, ਉਹ 10,000 ਕਰੋੜ ਚੱਕਣ ਨੂੰ ਫਿਰਦੇ ਨੇ। ਇੱਧਰ ਗਵਾਡਾ ਦੇ ਮੁਖੀ ਨੇ ਜਿਹੜੇ ਚੇਅਰਪਰਸਨ, ਉਹ ਪੰਜਾਬ ਦੇ ਚੀਫ ਸੈਕਟਰੀ ਵੀ ਨੇ ਜੀ। ਸਹੀ ਹੈ। ਤੇ ਫਿਰ ਸਰਕਾਰ ਤੇ ਇਹਨਾਂ ਦਾ ਸਿੱਧਾ ਤਾਲਮੇਲ ਹੈ, ਕਿਹੜੀ ਜੇਬ ਚੋਂ ਕੱਢ ਕੇ ਗਵਾਡਾ ਵਾਲੇ ਪੈਸੇ ਪਾਉਣੇ ਤੇ ਕਿਹੜੀ ਜੇਬ ਚੋਂ ਕੱਢ ਕੇ ਸਰਕਾਰ ਵਾਲੇ ਚ ਵਰਤਣੇ ਆ। ਇਹਦਾ ਮਤਲਬ ਚੱਲੀ ਜਾਂਦਾ ਸਾਰਾ ਕੁਛ। ਪਰ ਚਲੋ ਲੋਨ ਲੈਣਾ ਕੋਈ ਨਵੀਂ ਗੱਲ ਨਹੀਂ। ਹੁਣ ਤੁਸੀਂ ਕਹੋਗੇ ਕਿ ਜੀ ਸਾਰੇ ਵਿਭਾਗ ਲੈਂਦੇ ਨੇ ਜੀ, ਏਦਾਂ ਹੀ ਚੱਲਦਾ। ਪਰ ਸਰਕਾਰ ਨੂੰ, ਸਰਕਾਰ ਦੇ ਇੱਕ ਅਦਾਰੇ ਨੂੰ, ਇੱਕ ਬੋਰਡ ਕਾਰਪੋਰੇਸ਼ਨ ਨੂੰ ਬੈਂਕ ਤੋਂ ਲੋਨ ਲੈਣਾ ਪਵੇ ਤੇ ਉਹਦੇ ਬਦਲੇ ਕਮਿਸ਼ਨ ਦੇਣਾ ਪਵੇ ਜੀ, ਇਹ ਤਾਂ ਜੱਗੋ ਤੇਰਵੀਂ ਨਹੀਂ ਜੀ। ਬਿਲਕੁਲ ਹੈਗੀ। 15,000 ਕਰੋੜ ਦੇ ਬਦਲੇ 200 ਕਰੋੜ ਕਹਿੰਦੇ ਦਲਾਲ ਨੂੰ ਦੇਣਾ, ਬੈਂਕਰ ਨੂੰ ਦੇਣਾ, ਜਿਹਨੇ ਲੋਨ ਦਿਵਾਉਣ ਦਾ ਸਾਰਾ ਪ੍ਰਬੰਧ ਕਰਨਾ। ਠੀਕ ਹੈ। ਅੱਛਾ। 191.66 ਕਰੋੜ ਦੀ ਦਲਾਲੀ ਹੈ ਕਹਿੰਦੇ। 191.66 ਮਤਲਬ ਲਗਭਗ 200 ਕਰੋੜ ਦੇ ਗੇਟ 'ਚ ਚਲੀ ਗਈ ਗੱਲ। ਹੁਣ ਕੀ ਇਹ ਸੱਚਮੁੱਚ ਦਲਾਲੀ ਹੈ ਕਿ ਇਹ ਵੀ ਕਿਸੇ ਨੇ ਖਾਣਾ ਵਿੱਚੋਂ? ਕਿਤੇ ਦਲਾਲੀ ਦੇ ਨਾਂ ਤੇ ਇਹ ਤਾਂ ਨਹੀਂ ਕਿ ਆਪ ਹਿੱਸਾਪੱਤੀ ਵੰਡਣਾ। ਸਹੀ ਹੈ। ਸੋ ਕਈ ਤਰ੍ਹਾਂ ਦੇ ਸ਼ੰਕੇ ਸ਼ੋਭੇ ਖੜੇ ਹੋ ਗਏ ਨੇ, ਪਰ ਉਹਦੇ ਨਾਲ ਵੀ ਅਫਸੋਸਜਨਕ ਵਰਤਾਰਾ ਇਹ ਹੈ ਕਿ ਜੇ ਅਦਾਰੇ ਨਿੱਜੀ ਤੌਰ ਤੇ ਸਰਕਾਰ ਆਪਣੇ ਪੱਧਰ ਤੇ ਲੋਨਦਾਰ ਲੋਨ ਚੱਕੀ ਜਾ ਰਹੀ ਹੈ ਤੇ ਉਹ ਕਹਿਣਾ ਸਾਡਾ ਖਜ਼ਾਨਾ ਭਰਿਆ ਹੈ, ਸਹੀ ਹੈ, ਕੋਈ ਕਮੀ ਨਹੀਂ ਹੈ। ਤੇ ਇੱਥੋਂ ਦਾ ਲਾ ਲਓ ਕਿ ਪੰਜਾਬ ਦੀ ਆਰਥਿਕ ਸਥਿਤੀ ਕੀ ਹੈ, ਔਰ ਇਹਦੇ ਨਾਲ ਪੰਜਾਬ ਦੀ ਸਥਿਤੀ ਡਾਮਾਡੋਲ ਹੋ ਰਹੀ ਹੈ, ਹੋਰ ਹੋ ਜਾਣੀ ਹੈ। ਇਹਨਾਂ ਨੇ ਰਾਜ ਭਾਗ ਮਾਣ ਕੇ ਪਹਿਲਿਆਂ ਵਾਂਗ ਤੁਰ ਜਾਣਾ ਤੇ ਪੰਜਾਬ ਦਾ ਪੱਠਾ ਬਹਿ ਜਾਣਾ ਜੀ। ਬਿਲਕੁਲ। ਅਗਲੀ ਗੱਲ ਕਰੀਏ ਕਾਂਗਰਸ ਦੀ, ਕਿਉਂਕਿ ਉਹਨਾਂ ਦਾ ਵੀ ਰੇੜਕਾ ਫਸਿਆ ਹੋਇਆ, ਉਹਨਾਂ ਦਾ ਕਲੇਸ਼ ਵੀ ਲਗਾਤਾਰ ਜਾਰੀ ਹੈ। ਹੁਣ ਕਹਿੰਦੇ ਰਾਹੁਲ ਗਾਂਧੀ ਦੀ ਕਚਹਿਰੀ ਲੱਗਣੀ, ਜਿਹਦੇ ਵਿੱਚ ਕਾਂਗਰਸੀ ਜਿਹੜੇ ਨੇ ਪੰਜਾਬ ਦੇ, ਉਹ ਪੇਸ਼ੀ ਭੁਗਤਣਗੇ ਇੱਕ ਤਰੀਕੇ ਨਾਲ। ਭੁਗਤੀ ਜਾਣ ਜੀ ਪੇਸ਼ੀਆਂ। ਸਹੀ ਹੈ। ਕਾਂਗਰਸ ਦਾ ਕਲੇਸ਼ ਮੁੱਕਦਾ ਨਹੀਂ ਦਿਖਦਾ ਜੀ। ਮਤਲਬ ਆਪਸ ਚ ਤਾਂ ਨਾਰਾਜ਼ਗੀਆਂ ਹੈਗੀਆਂ। ਮੈਨੂੰ ਲੱਗਦਾ ਰਾਹੁਲ ਗਾਂਧੀ ਦੀਆਂ ਇਹਨਾਂ ਪ੍ਰਤੀ ਵੱਧ ਨਾਰਾਜ਼ਗੀਆਂ ਹੋ ਗਈਆਂ, ਤਾਂ ਹੀ ਉਹ ਸੈਸ਼ਨ ਚ ਕਿਸੇ ਕਨੀ ਮੂੰਹ ਵੀ ਨਹੀਂ ਕਰਦੇ ਸੀ। ਕਈ ਨੇੜੇ ਨੂੜੇ ਤੁਰੇ ਫਿਰਦੇ ਜਾਂਦੇ ਸੀ, ਦੇਖੀਏ। ਸਹੀ ਹੈ। ਰਾਹੁਲ ਗਾਂਧੀ ਨੇ ਭੁਪੇਸ਼ ਬਘੇਲ ਨੂੰ ਭੇਜਿਆ ਸੀ ਦੂਜੇ ਗੇੜ ਲਈ ਇੱਥੇ ਸਾਰੀ ਤਿਆਰ ਕਰਨ ਦੇ ਲਈ। ਉਹਨੇ ਬੂਥ ਪੱਧਰ ਤੇ ਮੀਟਿੰਗਾਂ ਮੁਟੀਆਂ ਕੀਤੀਆਂ, ਪਰ ਕੀਤੀਆਂ ਇੱਕੋ ਪੱਖ 'ਚ ਬੈਠ ਕੇ, ਇੱਕੋ ਧਿਰ ਦੇ ਕਨੀ ਬੈਠ ਕੇ, ਰਾਜਾ ਵੜਿੰਗ ਵਾਲੇ ਖੇਮੇ ਨਾਲ ਜੀ ਜੀ। ਦੂਸਰੇ ਧਿਰ ਨੂੰ ਅਣਗੌਲਿਆਂ ਹੀ ਰੱਖਿਆ। ਦੂਸਰਾ ਧਿਰ ਨੇ ਆਪਣੇ ਪੱਧਰ ਤੇ ਰੈਲੀਆਂ ਪ੍ਰਦਰਸ਼ਨ ਸ਼ੁਰੂ ਕਰਤੇ ਤੇ ਉਹਨਾਂ ਨੇ ਆਪਣੀ ਤਾਕਤ ਮੀਟਿੰਗਾਂ ਤੋਂ ਕੱਢ ਕੇ ਜਨਤਕ ਤੌਰ ਤੇ ਦਿਖਾਉਣੀ ਸ਼ੁਰੂ ਕਰਤੀ ਜੀ। ਪਰ ਇਹ ਸਭ ਦੇ ਦਰਮਿਆਨ ਖਬਰ ਆਈ ਕਿ ਰਾਹੁਲ ਗਾਂਧੀ ਨੇ ਤਾਂ ਆਪਣੀਆਂ 5 ਟੀਮਾਂ ਵੀ ਭੇਜੀਆਂ ਨੇ, ਜਿਹੜੀਆਂ ਆਪਣੇ ਪੱਧਰ ਤੇ ਸਰਵੇ ਕਰ ਰਹੀਆਂ ਨੇ ਲੀਡਰਾਂ ਬਾਰੇ, ਹਲਕਿਆਂ ਬਾਰੇ, ਸਾਰਾ ਕੁਛ। ਤੇ ਹੁਣ ਪਤਾ ਲੱਗਾ ਕਿ ਸੈਸ਼ਨ ਨਿਬੜਨ ਤੋਂ ਬਾਅਦ ਜੀ ਰਾਹੁਲ ਗਾਂਧੀ ਨੇ ਭੁਪੇਸ਼ ਬਘੇਲ ਤੋਂ ਵੀ ਰਿਪੋਰਟ ਲੈ ਲਈ ਤੇ ਆਪਣੀਆਂ ਟੀਮਾਂ ਤੋਂ ਵੀ ਲੈ ਲਈ। ਹੁਣ ਉਹ ਅੱਜ ਜਾਂ ਕੱਲ ਦੇ ਵਿੱਚ ਪੰਜਾਬ ਕਾਂਗਰਸੀ ਲੀਡਰਸ਼ਿਪ ਨਾਲ ਮੀਟਿੰਗ ਕਰਨਗੇ ਜੀ। ਹੁਣ ਮੀਟਿੰਗ ਦੇ ਵਿੱਚ ਰਾਜਾ ਵੜਿੰਗ ਵੀ ਹੋਏਗਾ ਤੇ ਚਰਨਜੀਤ ਚੰਨੀ ਵੀ ਹੋਏਗਾ।
ਪ੍ਰਤਾਪ ਬਾਜਵਾ ਵੀ ਹੋਏਗਾ ਤੇ ਸੁਖਜਿੰਦਰ ਰੰਧਾਵਾ ਵੀ ਹੋਏਗਾ ਤੇ ਡਾਕਟਰ ਅਮਰ ਸਿੰਘ ਵੀ ਹੋਏਗਾ ਤੇ ਰਾਣਾ ਗੁਰਜੀਤ ਵੀ ਹੋਏਗਾ, ਪ੍ਰਗਟ ਸਿੰਘ ਵੀ ਹੋ ਸਕਦੇ ਨੇ ਤੇ ਹੋਰ ਕੁਝ ਲੀਡਰ ਵਿਜੇਂਦਰ ਸਿੰਗਲਾ ਵਰਗਾ ਵੀ ਹੋ ਸਕਦਾ। ਸੋ ਇਹ ਸਾਰੀ ਪ੍ਰਕਿਰਿਆ ਅਪਣਾਈ ਜਾਣੀ ਆ। ਦੇਖਣ ਵਾਲੀ ਗੱਲ ਇਹ ਹੈ ਕਿ ਇਕੱਠਿਆਂ ਨੂੰ ਬਿਠਾ ਕੇ ਸੁਣਦੇ ਨੇ ਜੀ ਕਿ 1 to 1 ਕਰਦੇ ਨੇ, ਅੱਜ ਕਰਦੇ ਨੇ, ਭਲਕੇ ਕਰਦੇ ਨੇ, ਪਰ ਕਹਿੰਦੇ ਕਿ ਸੁਨੇਹਾ ਲੱਗ ਚੁੱਕਿਆ ਪੰਜਾਬ ਕਾਂਗਰਸੀਆਂ ਨੂੰ ਕਿ ਰਾਹੁਲ ਗਾਂਧੀ ਮੀਟਿੰਗ ਰੱਖਣ ਜਾ ਰਹੇ ਨੇ, ਆਪਣੀ ਤਿਆਰੀ ਕਰ ਲਓ। ਠੀਕ ਹੈ। ਅੱਛਾ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਦੁਬਾਰਾ ਇਹ ਦਿੱਲੀ ਵੱਲ ਨੂੰ ਜਾਣਗੇ, ਕਿਉਂਕਿ ਪੰਜਾਬ ਦੇ ਵੱਲ, ਪੰਜਾਬ ਦੇ ਮੁੱਦਿਆਂ ਵੱਲ ਤਾਂ ਅਜੇ ਤੱਕ ਇਹਨਾਂ ਦਾ ਮੋਹ ਨਹੀਂ। ਹਾਂਜੀ ਬਿਲਕੁਲ, ਇਹ ਤਾਂ ਆਪਣੇ ਹੀ ਇਸੇ ਰੱਸਾਕੱਸੀ ਜੁੜਦੇ ਨੇ ਤੇ ਜਦੋਂ ਦਿੱਲੀ ਵੱਲ ਨੂੰ ਜਾਣਗੇ ਤਾਂ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਰਾਜਾ ਵੜਿੰਗ ਦੇ ਨਾਲ ਭੁਪੇਸ਼ ਬਘੇਲ ਵਾਲੇ ਇੰਜਣ ਤੋਂ ਇਲਾਵਾ, ਡਾਕਟਰ ਅਮਰ ਸਿੰਘ ਤੋਂ ਇਲਾਵਾ ਹੋਰ ਕੌਣ ਹੈ? ਸਹੀ ਹੈ, ਕਿਉਂਕਿ ਇੱਥੇ ਤਾਂ ਬੇਸ਼ੱਕ ਉਹ ਕੁਝ ਜ਼ਿਲ੍ਹਾ ਪ੍ਰਧਾਨ ਤੇ ਕੁਝ ਹੋਰ ਵਰਕਰਾਂ ਨੂੰ ਦਿਖਾ ਲੈਂਦੇ ਨੇ, ਪਰ ਦਿੱਲੀ ਨੂੰ ਜਾਣ ਲੱਗੇ ਕਾਫਲਾ ਕੀ ਹੋਏਗਾ? ਸਹੀ ਹੈ, ਬਿਲਕੁਲ। ਤੇ ਚੰਨੀ ਦਮ ਭਰ ਰਹੇ ਨੇ ਕਿ ਮੇਰੇ ਕੋਲ ਤਾਂ 92 ਲੀਡਰ ਨੇ, ਮੌਜੂਦਾ ਐਮਐਲਏ ਐਮਪੀਆਂ ਤੋਂ ਲੈ ਕੇ ਸਾਬਕਾ ਐਮਐਲਏ ਐਮਪੀਆਂ ਤੱਕ ਵੱਡੇ ਨਾਮ, ਮੇਰੇ ਕੋਲ ਤਾਂ 92 ਲੀਡਰ ਨੇ। ਸੋ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਸਾਊ ਬਣ ਕੇ ਤੁਰਿਆ ਫਿਰ ਰਿਹਾ ਪ੍ਰਤਾਪ ਬਾਜਵਾ, ਉਹ ਇਹ ਤੱਕ ਰਿਹਾ ਕਿ ਸ਼ਾਇਦ ਇਹ ਸਾਰੀ ਲੜਾਈ ਚੋਂ ਮੇਰੇ ਹੱਥ ਕੁਝ ਗੇਮ ਆ ਜਾਵੇ ਤੇ ਉਹ ਇਸ ਮੀਟਿੰਗ ਦੇ ਵਿੱਚ ਵੀ, ਗਾਂਧੀ ਪਰਿਵਾਰ ਦੀ ਮੀਟਿੰਗ ਦੇ ਵਿੱਚ ਵੀ ਉਹ ਲਾਹਾ ਕੱਟਣਾ ਚਾਹੁੰਦਾ। ਸੋ ਦੇਖਦੇ ਹਾਂ ਜੀ ਕਿ ਵੜਿੰਗ ਤੋਂ ਪ੍ਰਧਾਨਗੀ ਜਾਂਦੀ ਹੈ, ਚੰਨੀ ਦੇ ਕਲਗੀ ਲੱਗਦੀ ਹੈ ਕਿ ਕਿਸੇ ਹੋਰ ਦੇ ਹੱਥ ਮਤਲਬ ਕਿ ਡੋਰ ਦਿੱਤੀ ਜਾਂਦੀ ਹੈ। ਇਹ ਦੇਖਣ ਵਾਲੀ ਗੱਲ ਹੋਗੀ। ਕਾਂਗਰਸ ਦੀ 1 ਜਾਂ 2 ਦਿਨਾਂ ਦੇ ਅੰਦਰ ਅੰਦਰ ਮੀਟਿੰਗ ਕਰਕੇ ਨਵੇੜਾ ਕਰਨ ਦੀ ਕਵਾਇਦ ਦਾ ਦਮ ਭਰਿਆ ਜਾ ਰਿਹਾ, ਪਰ ਕਾਂਗਰਸ ਦਾ ਕੰਮ ਕਦੇ ਵੀ ਰਫ਼ਤਾਰ ਨਹੀਂ ਫੜ ਸਕਿਆ। ਸਦੀਆਂ ਤੋਂ ਦੇਖਦੇ ਆਉਣੇ ਆ, ਇਹ ਮਤਲਬ ਕਿ ਗਿੱਲਾ ਪੀੜ ਪਾ ਕੇ ਰੱਖਦੇ ਨੇ। ਜੀ ਬਿਲਕੁਲ। ਅਗਲੀ ਗੱਲ ਕਰ ਲਈਏ ਭਾਜਪਾ ਦੀ। ਪੰਜਾਬ ਭਾਜਪਾ ਦੇ ਜਿਹੜੇ ਨਵੇਂ ਇੰਚਾਰਜ ਨੇ, ਕਹਿੰਦੇ ਉਹਨਾਂ ਦੇ ਮੂਹਰੇ ਵੀ ਨਵੀਆਂ ਚੁਣੌਤੀਆਂ। ਦੇਖੋ, ਪੰਜਾਬ ਦੇ ਵਿੱਚ ਬੀਜੇਪੀ ਕਾਫੀ ਤਰੀਕਿਆਂ ਨਾਲ ਸਰਗਰਮ ਹੋਈ ਹੈ ਜੀ। ਪਹਿਲਾਂ ਪੰਜਾਬ ਬੀਜੇਪੀ ਦਾ ਪ੍ਰਧਾਨ ਬਦਲ ਕੇ ਸੁਨੀਲ ਜਾਖੜ ਦੀ ਥਾਂ ਦੇ ਉੱਤੇ ਕੇਵਲ ਢਿੱਲੋਂ ਲਾ ਕੇ ਇਹਨਾਂ ਨੇ ਇੱਕ ਨਵੇਂ ਤਰੀਕੇ ਨਾਲ ਚਰਚਾ ਤੋਰੀ, ਕਿਉਂਕਿ ਰਾਜ ਦੇ ਵਿੱਚ ਚਰਚਾ 'ਚ ਰਹਿਣਾ ਵੀ ਹਿਤਕਾਰੀ ਮੰਨਿਆ ਜਾਂਦਾ। ਸਹੀ ਹੈ। ਸੋ ਇਸ ਲਈ ਉਹ ਚਰਚਾ ਛਿੜ ਗਈ ਕਿ ਲਓ ਜੀ, ਉਹਨੂੰ ਹਟਾਤਾ ਜੀ, ਹਿੰਦੂ ਚਿਹਰੇ ਨੂੰ ਜੀ ਜੱਟ ਸਿੱਖ ਚਿਹਰਾ ਬਣਾਤਾ ਜੀ, ਇਹ ਤਾਂ ਬਰਨਾਲੇ ਤੋਂ ਬਾਹਰ ਨਹੀਂ ਸੋਚਦਾ ਜੀ। ਚਲੋ ਇਹ ਰੌਲਾ ਰੱਪਾ ਚੱਲੀ ਗਿਆ। ਜਾਨੂੰ ਫਿਰ ਰਾਸ਼ਟਰੀ ਟੀਮ ਆ ਗਈ ਜੀ। ਰਾਸ਼ਟਰੀ ਟੀਮ ਦੇ ਵਿੱਚ ਕਮਾਲ ਹੋ ਗਈ ਜੀ। ਕੱਲ ਆਇਆ ਸੰਦੀਪ ਪਾਠਕ ਲੈ ਲਿਆ ਜੀ। ਇਹ ਹੁਣ ਪੰਜਾਬ ਲਈ ਕੋਟੇ ਚੋਂ ਮੰਨਿਆ ਜਾਊਗਾ ਜੀ ਕਿ ਕਿਹੜੇ ਕੋਟੇ ਚੋਂ ਮੰਨਿਆ ਜਾਊਗਾ ਜੀ, ਇਹਦਾ ਹਿਸਾਬ ਲੱਗਣ ਲੱਗ ਪਿਆ ਜੀ। ਤੇ ਮਨਪ੍ਰੀਤ ਬਾਦਲ, ਇਹਦੇ ਕੀ ਮਾਇਨੇ ਸਮਝੀਏ ਜੀ? ਇਹ ਬਾਦਲ ਪਰਿਵਾਰ ਨੂੰ ਸ਼ੀਸ਼ਾ ਦਿਖਾਇਆ ਜੀ। ਮੀਟਿੰਗਾਂ ਸੁਖਵੀਰ ਬਾਦਲ ਨਾਲ ਹੋ ਰਹੀਆਂ ਸੀ, ਚੜਾਈ ਮਨਪ੍ਰੀਤ ਬਾਦਲ ਦੀ ਹੋ ਗਈ ਜੀ। ਸੋ ਇਹਦੇ ਇਹ ਅਰਥ ਲਾਈ ਜਾਂਦੇ ਨੇ ਕਿ ਹੁਣ ਇਹ ਪੰਜਾਬ 'ਚ ਚਿਹਰਾ ਮੋਹਰਾ ਬਣ ਗਿਆ। ਉਧਰ ਪੰਜਾਬ 'ਚ ਜੇ ਕੋਈ ਚਿਹਰਾ ਉੱਭਰ ਕੇ ਬੀਜੇਪੀ 'ਚ ਚਮਕ ਰਿਹਾ ਤਾਂ ਉਹ ਹੈ ਤਰਨ ਚੁੱਘ। ਸਹੀ ਹੈ। ਪੰਜਾਬ 'ਚ ਉਹਦੇ ਨਾਲ ਚਾਹੇ 4 ਬੰਦੇ ਹਨ ਜਾਂ ਨਹੀਂ, ਪਰ ਉਹਦੇ ਕੋਲ ਮੋਦੀ ਅਮਿਤ ਸ਼ਾਹ ਹੈਗੇ, ਇਸ ਲਈ ਅਗਲੇ ਦੀ ਚੜ੍ਹਤ ਹੈ ਪੂਰੀ। ਬਿਲਕੁਲ। ਰਾਜ ਸਭਾ ਵੀ ਲੈ ਗਏ ਉਹਨੂੰ, ਬਿੱਟੂ ਨੂੰ ਹਟਾ ਕੇ ਉਹਨੂੰ ਰਾਸ਼ਟਰੀ ਟੀਮ ਦੇ ਵਿੱਚ ਵੀ ਵੱਡਾ ਥਾਂ ਦੇਤਾ ਕਿ ਦਫ਼ਤਰ ਤੂੰ ਹੀ ਸਾਂਭਣਾ ਹੈ, ਤੂੰ ਹੀ ਤੈਅ ਕਰਨੇ ਆ ਪ੍ਰੋਗਰਾਮ, ਮੋਦੀ ਅਮਿਤ ਸ਼ਾਹ ਦੇ ਸਾਰਾ ਕੁਝ ਤੈਅ ਦੇਖਣਾ ਹੈ। ਸਹੀ ਹੈ। ਤੇ ਉਹਨੂੰ ਗੁਜਰਾਤ ਦਾ ਇੰਚਾਰਜ ਵੀ ਲਾਤਾ। ਸੋ ਇਹ ਸਾਰੀਆਂ ਪ੍ਰਕਿਰਿਆਵਾਂ ਦੇ ਨਾਲ ਉਹਦਾ ਚਿਹਰਾ ਵੱਡਾ ਵੀ ਕਰਤਾ ਤੇ ਇੱਕ ਤਰੀਕੇ ਨਾਲ ਉਹਨੂੰ ਇਹ ਵੀ ਸੁਨੇਹਾ ਦਿੱਤਾ ਕਿ ਹੁਣ ਕੈਬਨਿਟ ਕਰਨੀ ਨਾ ਦੇਖੀ। ਕੈਬਨਿਟ ਦਾ ਵਿਸਤਾਰ ਅਜੇ ਲਟਕ ਰਿਹਾ ਤੇ ਕੈਬਨਿਟ ਦੇ ਵਿਸਤਾਰ ਦੇ ਵਿੱਚ ਸਭ ਦੀਆਂ ਨਜ਼ਰਾਂ ਸੀਗੀਆਂ ਕਿ ਕੀ ਤਰਨ ਚੁੱਘ ਦੀ ਵਾਰੀ ਆਉਂਦੀ ਹੈ ਤੇ ਜੇ ਉਹਨੂੰ ਉਧਰ ਲੈ ਕੇ ਇੱਧਰ ਪਿਊਸ਼ ਗੋਇਲ ਨੂੰ ਇੱਧਰ ਖਜ਼ਾਨਚੀ ਵੀ ਲਿਆਂਦਾ, ਮਤਲਬ ਪਿਊਸ਼ ਗੋਇਲ ਵੀ ਕੈਬਨਿਟ ਚੋਂ ਬਾਹਰ ਆ ਰਿਹਾ ਤੇ ਪਹਿਲਾਂ 1-2 ਮੰਤਰੀ ਨੂੰ ਹਟਾਉਣੇ ਪੈ ਗਏ, ਇਹਨਾਂ ਨੂੰ ਲਾਂਭੇ ਕਰਨੇ ਪੈ ਗਏ। ਸੋ ਇਸ ਲਈ ਕੈਬਨਿਟ ਵਿਸਤਾਰ ਦੇ ਵਿੱਚ ਫਿਰ ਕੋਈ ਕਹਿੰਦਾ ਜੀ ਅਨੁਰਾਗ ਠਾਕੁਰ ਤੇ ਨੰਬਰ ਆ ਜਾਊਗਾ, ਉਹ ਚ ਟੀਮ 'ਚ ਨਹੀਂ ਆਇਆ ਨਿਤਿਨ ਨਵੀਨ ਦੀ। ਕੋਈ ਕਹਿੰਦਾ ਸੁਨੀਲ ਜਾਖੜ ਨੂੰ ਵੀ ਲਿਆ ਜਾ ਸਕਦਾ ਵੀ ਉਹ ਇੱਧਰ ਟੀਮ 'ਚ ਨਹੀਂ ਦਿਖਿਆ। ਕੁਝ ਕਹਿੰਦੇ ਨਾ, ਉੱਥੇ ਦਾ ਰਾਘਵ ਚੱਡਾ ਦੀ ਗੱਲ ਬਣ ਗਈ ਹੁਣ। ਸੋ ਹੁਣ ਇਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚ ਪੰਜਾਬ ਨੂੰ ਬੀਜੇਪੀ ਨੇ ਆਪਣਾ ਨਵਾਂ ਇੰਚਾਰਜ ਭੇਜ ਕੇ ਪੰਜਾਬ ਲਈ ਨਵੀਂ ਚਰਚਾ ਛੇੜਤੀ ਜੀ। ਬਿਲਕੁਲ। ਈਸ਼ ਪੁਨੀਆ ਰਾਜਸਥਾਨ ਤੋਂ ਨੇ, ਹਰਿਆਣੇ 'ਚ 2 ਵਾਰ ਸਰਕਾਰ ਰਿਪੀਟ ਕਰਾ ਕੇ ਆਪਣਾ ਰਿਪੋਰਟ ਕਾਰਡ ਗੁੱਡ ਬਣਾਈ ਫਿਰਦੇ ਨੇ। ਠੀਕ ਹੈ। ਤੇ ਜਿਹੜਾ ਬੰਦਾ ਰਾਜਸਥਾਨ ਤੋਂ ਹੈ ਤੇ ਹਰਿਆਣੇ ਦਾ ਇੰਚਾਰਜ ਹੈ ਤੇ ਉਹ ਪੰਜਾਬ ਦੇ ਪਾਣੀਆਂ ਦੇ ਮਸਲਿਆਂ ਦੇ ਉੱਤੇ, ਪੰਜਾਬ ਦੇ ਸੂਬਾਈ ਮਸਲਿਆਂ ਦੇ ਉੱਤੇ, ਹੱਕੀ ਮਸਲਿਆਂ ਦੇ ਉੱਤੇ ਕਿਹੜੇ ਤਰੀਕੇ ਨਾਲ ਪੰਜਾਬ ਦੀ ਬੀਜੇਪੀ ਨੂੰ ਚਾਬੀ ਦੇ ਦੂਗਾ ਜੀ? ਕਿਉਂਕਿ ਉੱਥੇ ਤਾਂ ਕਹਿੰਦਾ ਰਿਹਾ ਪਾਣੀ ਹਮਾਰਾ ਹੈ, ਹਮਨੇ ਲੈਣਾ ਹੈ। ਹੁਣ ਇੱਥੇ ਆ ਕੇ ਕੀ ਕਰੂਗਾ? ਚੁਣੌਤੀਆਂ ਦੇ ਸਵਾਲ ਬਣਨਗੇ। ਸਹੀ ਹੈ। ਪਰ ਸਤੀਸ਼ ਪੁਨੀਆ ਕੋਲ ਕਹਿੰਦੇ ਤਜਰਬਾ ਹੈ, ਸਮਝ ਹੈ ਤੇ ਉਹ ਇਸ ਤਰੀਕੇ ਨਾਲ ਯੂਨਿਟ ਬਣਾ ਕੇ ਤੁਰਨ ਦੀ ਮਹਾਰਤ ਰੱਖਦਾ। ਹਰਿਆਣੇ 'ਚ ਯੂਨਿਟ ਸੀ, ਉਹਨੂੰ ਗਾਂਹ ਤੋਰਨਾ ਆਸਾਨ ਸੀ। ਇੱਥੇ 117 ਹਲਕਿਆਂ 'ਚ ਅਜੇ ਤੱਕ ਬੀਜੇਪੀ ਦੇ ਉਹ ਯੂਨਿਟ ਨਹੀਂ ਹੈਗੇ। ਇੱਥੋਂ ਤੱਕ ਕਿ ਜਿਹੜੇ ਤਈਆਂ ਤੋਂ ਲੜਦੇ ਵੀ ਰਹੇ ਨੇ ਗੱਠਜੋੜ 'ਚ, ਉੱਥੇ ਵੀ ਉਹੋ ਜਿਹੇ ਯੂਨਿਟ ਨਹੀਂ ਹੈਗੇ। ਇੱਕ ਧਿਰ ਦੇ
ਇੱਕ ਵਰਗ ਦੇ ਯੂਨਿਟ ਨੇ ਇਹਨਾਂ ਕੋਲ। ਪੈਨ ਪੰਜਾਬ ਅਜੇ ਬੀਜੇਪੀ ਆਪਣਾ ਯੂਨਿਟ ਖੜਾ ਨਹੀਂ ਕਰ ਸਕੀ, ਇਸ ਲਈ 117 ਦੇ 17 ਹਲਕਿਆਂ ਦੇ ਵਿੱਚ ਯੂਨਿਟ ਖੜੇ ਕਰਨਾ ਮਤਲਬ ਸਤੀਸ਼ ਪੁਨੀਆ ਲਈ ਵੱਡੀ ਚੁਣੌਤੀ ਹੈ। ਇਹੀ ਨਹੀਂ, ਇਹਦੇ ਨਾਲ ਨਾਲ ਉਹਦੇ ਕੋਲ ਪੇਂਡੂ ਖੇਤਰ ਦੇ ਵਿੱਚ ਖਾਸ ਕਰ ਸਿੱਖ ਭਾਈਚਾਰੇ 'ਚ ਪੈਂਠ ਬਣਾਉਣਾ ਅਜੇ ਵੀ ਚੁਣੌਤੀ ਹੈ, ਚਾਹੇ ਉਹ ਕਿਸਾਨੀ ਹੈ ਤੇ ਚਾਹੇ ਦੂਸਰਾ ਸਿੱਖ ਵਰਗ ਹੈ ਤੇ ਚਾਹੇ ਪੇਂਡੂ ਆਮ ਵਰਗ ਹੈ। ਉਹਨਾਂ 'ਚ ਬੀਜੇਪੀ ਦੀ ਅਜੇ ਵੀ ਸਾਰੇ ਵਰਗਾਂ ਦੇ ਵਿੱਚ ਉਹੀ ਜਿਹੀ ਪੈਂਠ ਨਹੀਂ ਬਣ ਰਹੀ। ਫਿਰ ਅਕਾਲੀ ਦਲ ਨਾਲ ਮਿਲ ਕੇ ਲੜਨਾ ਹੈ ਤਾਂ ਕਿਵੇਂ ਚੱਲਣਾ, ਕੱਲਿਆਂ ਲੜਨਾ ਤਾਂ ਕਿਵੇਂ ਚੱਲਣਾ, ਇਹ ਵੀ ਮਸਲਾ ਹੈਗਾ। ਇੱਥੋਂ ਤੱਕ ਕਿ ਜਦੋਂ ਪੰਜਾਬ ਦੇ ਵਿੱਚ ਕੇਵਲ ਢਿੱਲੋਂ ਨੇ ਆਪਣੀ ਟੀਮ ਬਣਾਉਣੀ ਸ਼ੁਰੂ ਕੀਤੀ ਤਾਂ ਬੀਜੇਪੀ ਦੇ ਪੁਰਾਣਾ ਕੈਡਰ, ਪੁਰਾਣੇ ਲੀਡਰ ਨਾਰਾਜ਼ ਹੋਣੇ ਵੀ ਸ਼ੁਰੂ ਹੋ ਗਏ। ਸਹੀ ਹੈ। ਤੇ ਉਹ ਨਾਰਾਜ਼ਗੀ ਨਾਲ, ਅੰਦਰੂਨੀ ਨਾਰਾਜ਼ਗੀ ਨਾਲ ਕਿਵੇਂ ਨਜਿੱਠਣਾ, ਇਹ ਵੀ ਚੁਣੌਤੀ ਹੈ। ਸੋ ਕਈ ਚੁਣੌਤੀਆਂ ਪੰਜਾਬ 'ਚ ਵੱਖਰੀਆਂ ਨੇ। ਪੰਜਾਬ ਨੂੰ ਰਾਜਸਥਾਨ ਤੇ ਹਰਿਆਣਾ ਸਮਝ ਕੇ ਸਤੀਸ਼ ਪੁਨੀਆ ਇੱਥੇ ਪੈਰ ਨਾ ਧਰਨ, ਇਹ ਪੰਜਾਬ ਹੈ। ਦੇਖਦੇ ਹਾਂ, ਪਰ ਚੁਣੌਤੀਆਂ ਨੂੰ ਕਹਿੰਦੇ ਸਵੀਕਾਰ ਕਰਦੇ ਨੇ। ਸੋ ਦੇਖਦੇ ਹਾਂ ਜੀ ਉਹ ਇੰਚਾਰਜ ਬਣ ਕੇ ਕੀ ਰੰਗ ਦਿਖਾਉਂਦੇ ਨੇ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਜਨਗਣਨਾ ਫਾਰਮ ਦੀ, ਕਹਿੰਦੇ ਇਹਦੇ 'ਚ OBC ਵਾਲਾ ਖਾਨਾ ਹੀ ਨਹੀਂ ਗਾ ਜੀ। ਪ੍ਰਵੀਨ ਜੀ, ਜਦੋਂ ਇਹ ਜਨਗਣਨਾ ਵਾਲੀ ਪ੍ਰਕਿਰਿਆ ਦੀ ਗੱਲ ਤੁਰੀ ਸੀ ਤਦ ਇਹ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਇਹਦੇ ਵਿੱਚ ਜਾਤੀ ਜਨਗਣਨਾ ਨਾਲ ਹੋਵੇ। ਠੀਕ ਹੈ ਜੀ। ਉਹਦਾ ਆਧਾਰ ਇਹ ਬਣਾਇਆ ਗਿਆ, ਖਾਸ ਕਰਕੇ ਰਾਹੁਲ ਗਾਂਧੀ ਇਹਦੇ ਤੇ ਜ਼ਿਆਦਾ ਸਵਾਲ ਖੜੇ ਕਰ ਰਹੇ ਸੀਗੇ। ਉਹਨਾਂ ਨੇ ਇਸ ਨੂੰ ਰਾਸ਼ਟਰੀ ਮੁੱਦਾ ਵੀ ਬਣਾਉਣ ਦੀ ਕਵਾਇਦ ਤੋਰੀ ਕਿ ਬੀਜੇਪੀ ਧਰਮ ਦੀ ਰਾਜਨੀਤੀ ਕਰ ਰਹੀ ਆ, ਤੇ ਜਦੋਂ ਕਿ ਜਨਗਣਨਾ ਦੇ ਵਿੱਚ ਜਾਤੀ ਵਰਗ ਤੱਕ ਦੇ ਅੰਕੜੇ ਆਉਣੇ ਜ਼ਰੂਰੀ ਹੁੰਦੇ ਨੇ ਤਾਂ ਕਿ ਸਰਕਾਰੀ ਯੋਜਨਾਵਾਂ 'ਚ ਬਣਦੇ ਉਹਨਾਂ ਨੂੰ, ਉਹਨਾਂ ਦੇ ਹੱਕ, ਉਹਨਾਂ ਦੇ ਜੋ ਵੀ ਫੈਸਲੇ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਲਈ ਥਾਂ ਬਣੇ। ਹੁਣ ਇਸ ਆਧਾਰ ਦੇ ਉੱਤੇ ਜਦੋਂ ਜਾਤੀ ਜਨਗਣਨਾ ਵਾਲੇ ਉਹਦੇ ਵਿੱਚ ਕਾਲਮ ਆਏ, ਜਿਹੜਾ ਮਤਲਬ ਕਿ ਪਰਫਾਰਮਾ ਆਇਆ, ਉਹਦੇ 10 ਨੰਬਰ ਜਿਹੜਾ ਕਾਲਮ ਉਹਦੇ ਵਿੱਚ ਬਾਕੀ ਜਾਤਾਂ ਨੂੰ ਲੈ ਕੇ ਕਾਲਮ ਹੈਗੇ ਨੇ, ਪਰ OBC ਵਾਲਾ ਖਾਨਾ ਗਾਇਬ ਹੈ। ਹੁਣ ਪਛੜੀਆਂ ਸ਼੍ਰੇਣੀਆਂ ਆਪਣੇ ਆਪ 'ਚ ਇੱਕ ਪੂਰਨ ਵਰਗ ਹੈ ਦੇਸ਼ ਦੇ ਵਿੱਚ, ਤੇ ਤੁਸੀਂ ਉਹਨੂੰ SC BC ਤੇ OBC ਇਹ ਤਿੰਨ ਖਾਨਿਆਂ ਦੇ ਹਵਾਲੇ ਨਾਲ ਆਪਾਂ ਸਮਝਣਾ ਹੋਵੇ ਤੇ SC ਦੇ ਵਿੱਚ ਵੀ ਅੱਗੇ ਕਈ ਸਬ ਵਰਗ ਨੇ, OBC ਦੇ ਵੀ ਉਸੇ ਤਰ੍ਹਾਂ, BC ਦੇ ਵੀ ਕਈ, ਤਾਂ ਹੁਣ OBC ਦਾ ਤੁਸੀਂ ਖਾਨਾ ਹੀ ਨਹੀਂ ਰੱਖਿਆ। ਸਹੀ ਹੈ। ਤੇ ਫਿਰ ਇਹਦਾ ਮਤਲਬ ਤੁਹਾਡੀ ਮਨਸ਼ਾ ਕੀ ਹੈ ਕਿ ਤੁਸੀਂ ਉਹਨੂੰ ਬਾਕੀਆਂ 'ਚ ਰਲਗੱਡ ਕਰਕੇ ਤੋਰ ਦੇਣਾ, ਤੇ ਉਹਨਾਂ ਦੀ ਜੇ ਗਿਣਤੀ ਨਹੀਂ ਹੋਊਗੀ ਤਾਂ ਆਉਣ ਵਾਲੇ ਸਮੇਂ 'ਚ OBC ਲਈ ਸਿੱਧੀਆਂ ਯੋਜਨਾਵਾਂ ਕੋਈ ਨਹੀਂ ਹੋਣਗੀਆਂ। ਫਿਰ ਨਹੀਂ ਹੋਣਗੀਆਂ। ਸਹੀ ਹੈ। ਕੀ ਉਹਨਾਂ ਨੂੰ ਯੋਜਨਾਵਾਂ 'ਚੋਂ ਬਾਹਰ ਰੱਖਣਾ? ਫਿਰ ਉਹਦਾ ਤੁਸੀਂ ਅੰਕਲਨ ਹੀ ਨਹੀਂ ਕਰ ਸਕਦੇ ਕਿ ਕਿੰਨੀ ਗਿਣਤੀ 'ਚ ਹੈਗੇ, ਕਿੱਥੇ ਕਿੰਨੇ ਹੈਗੇ, ਕਿੰਨੀ ਲੋੜ ਹੈਗੀ, ਕਿਸ ਸਥਿਤੀ 'ਚ ਹੈਗੀ, ਉਹਨਾਂ ਦੀ ਆਰਥਿਕ ਸਥਿਤੀ ਕੀ ਹੈ। ਉਹ ਤਾਂ ਹੀ ਹੋਊਗੀ ਜੇ ਉਹਨਾਂ ਦੇ ਖਾਨਿਆਂ 'ਚ ਟਿਕ ਵੱਜੀਆਂ ਹੋਣਗੀਆਂ। ਬਿਲਕੁਲ ਬਿਲਕੁਲ। ਸੋ ਜਦੋਂ ਤੁਸੀਂ ਉਹ ਖਾਨਾ ਹੀ ਨਹੀਂ ਰੱਖਿਆ, ਫਿਰ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ। ਉਹ ਮੈਂ ਦੇਖ ਰਿਹਾ ਸੀਗਾ ਕਿ ਕਾਂਗਰਸ ਦੇ OBC ਵਿਭਾਗ ਦੇ ਮੁਖੀ ਨੇ ਅਨਿਲ, ਤੇ ਅਨਿਲ ਜੈ ਹਿੰਦ ਕਹਿੰਦਾ ਵੀ ਕਿ ਇਹ ਇੱਕ ਸਾਜ਼ਿਸ਼ ਹੈ ਇਹਨਾਂ ਦੀ, ਇਹ ਮਨੂਵਾਦੀ ਸੋਚ ਦਾ ਇੱਕ ਪ੍ਰਗਟਾਵਾ ਹੈ। ਇਹ ਜਾਣ ਬੁੱਝ ਕੇ OBC ਭਾਈਚਾਰੇ ਦੀ ਸਹੀ ਗਿਣਤੀ ਨਹੀਂ ਕਰਨਾ ਚਾਹੁੰਦੇ ਤਾਂ ਕਿ ਉਹਨਾਂ ਦੀਆਂ ਯੋਜਨਾਵਾਂ ਦਾ ਲਾਭ ਉਸ ਵਰਗ ਨੂੰ ਦੇਣ ਦੀ ਕਵਾਇਦ 'ਚ ਨੇ ਜਿੱਥੇ ਨੂੰ ਲੱਗਦਾ ਸਾਨੂੰ ਵੋਟ ਆਊਗੀ। ਸੋ ਇਸ ਤਰੀਕੇ ਕਾਰਨ ਨਾਲ ਉਹਨਾਂ ਨੇ ਇਹਨਾਂ ਤੇ ਤੰਜ ਕੱਸਿਆ, ਪਰ ਅਜੇ ਤੱਕ ਸਰਕਾਰੀ ਧਿਰ ਵੱਲੋਂ ਜਨਗਣਨਾ ਕਰਨ ਦੀ ਪ੍ਰਕਿਰਿਆ ਦੇ ਹਵਾਲੇ ਨਾਲ ਕੰਮ ਕਰ ਰਹੀਆਂ ਟੀਮਾਂ ਵੱਲੋਂ, ਨੁਮਾਇੰਦਿਆਂ ਵੱਲੋਂ ਕਿਸੇ ਨੇ ਜ਼ਿੰਮੇਵਾਰੀ ਲੈ ਕੇ, ਚੋਣ ਕਮਿਸ਼ਨ ਵੱਲੋਂ ਕਿਸੇ ਵੱਲੋਂ ਵੀ ਕੋਈ ਇਹਦੇ ਤੇ ਟਿੱਪਣੀ ਜਾਂ ਪ੍ਰਤੀਕਿਰਿਆ ਨਹੀਂ ਕੀਤੀ ਗਈ। ਇਸ ਲਈ ਇਹ ਸਵਾਲ ਵੱਡਾ ਹੋ ਗਿਆ। OBC ਧਿਰਾਂ ਨੂੰ ਵੀ ਚਾਹੀਦਾ ਉਹ ਵੀ ਆਪਣੀ ਗੱਲ ਰੱਖਣ ਮੂਹਰੇ ਆ ਕੇ, ਉਹ ਵੀ ਇਸ ਮਸਲੇ ਨੂੰ ਸਰਗਰਮੀ ਦੇ ਨਾਲ ਚੁੱਕਣ। ਬਲਕਿ ਗੱਲ ਜਿਹੜੀ ਆ ਉਹਨਾਂ ਨੂੰ ਸਹੂਲਤਾਂ ਦੀ ਨਹੀਂ, ਗੱਲ ਨੁਮਾਇੰਦਗੀ ਦੀ ਵੀ ਹੈ। ਕੱਲ ਨੂੰ ਕੋਈ ਪੈਂਚੀ, ਸਰਪੰਚੀ ਜਾਂ ਕੋਈ ਹੋਰ ਥਾਵਾਂ ਦੇ ਉੱਤੇ ਵੋਟਾਂ ਹੁੰਦੀਆਂ ਨੇ ਜਾਂ ਕੋਈ ਸੀਟਾਂ ਰਾਖਵੀਆਂ ਆਉਂਦੀਆਂ ਨੇ, ਕਿਤੇ ਵੀ ਕੋਈ ਇਸ ਤਰ੍ਹਾਂ ਦੀ ਜਿਹੜੀ ਇਸ ਵਰਗ ਨੂੰ ਪਹਿਲਾਂ ਕੋਈ ਸਹੂਲਤ ਮਿਲਦੀ ਸੀ, ਨੁਮਾਇੰਦਗੀ ਮਿਲਦੀ ਸੀ, ਉੱਥੇ ਵੀ ਸਵਾਲ ਆ, ਉਹ ਵੀ ਤਾਂ ਖਤਮ ਹੋ ਰਹੀ ਹੈ ਨਾ ਜੇਕਰ ਖਾਨਾ ਹੀ ਖਤਮ ਹੁੰਦਾ ਤਾਂ। ਜੀ ਤੇ ਸ਼ਰਮਾ ਜੀ, ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਉੱਤੇ ਦੇਣ ਦੇ ਲਈ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇਸ ਦੀ ਇਜਾਜ਼ਤ। ਜੁੜੇ ਰਹੋ ਪੰਜਾਬੀ DSA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।